बहुत बहुत शुक्रिया सच्चे पातशाह, ये मौका देने वास्ते। मेरी बेनती ये है बाबा जी, जदों भी भजन बंदगी थोड़ी अच्छे होन लग जाती है, सेवा भी सब ठीक होंदी है, फिर कोई ना कोई इन्नी मुश्किल दी घड़ी आ जाती है, कोई हालात उल्ट पुलट हो जाते ने, मन डर जाता है, डोल जाता है। उस वक्त मैं की करा बाबा जी? बेटा ਆਪਾਂ ਤਾਂ ਆਪਣੀ ਜ਼ਿੰਮੇਵਾਰੀ ਪੂਰੀ ਕਰਨੀ ਹੈ। ਸੋ ਇਸ ਕਰਕੇ ਜੇ ਆਪਾਂ ਨਾਮ ਦਾ ਸਹਾਰਾ ਲੈ ਕੇ ਭਜਨ ਬੰਦਗੀ ਦਾ ਸਹਾਰਾ ਲੈ ਕੇ ਵਧਾਂਗੇ, ਮਾਲਿਕ ਨੇ ਸੂਲੀ ਦੀ ਸੂਲ ਕਰ ਦੇਣੀ ਹੈ। ਸੋ ਇਸ ਕਰਕੇ ਆਪਾਂ ਨੂੰ ਕਦੇ ਵੀ ਘਬਰਾਉਣਾ ਨਹੀਂ ਚਾਹੀਦਾ, ਔਰ ਨਾ ਹੀ ਸਾਡਾ ਵਿਸ਼ਵਾਸ ਡੋਲਣਾ ਚਾਹੀਦਾ, ਕਿਉਂਕਿ ਸਾਡੇ ਜਿਸਮ ਵਿੱਚ ਤਾਕਤ ਨਹੀਂ ਕਿ ਆਪਾਂ ਨਿਭਾ ਸਕੀਏ। ਇਹ ਤਾਂ ਉਹਦੀ ਬਖਸ਼ਿਸ਼ ਹੀ ਹੈ ਜਿਹੜਾ ਆਪਾਂ ਇਹ ਜ਼ਿੰਮੇਵਾਰੀਆਂ ਚੁੱਕ ਸਕਾਂਗੇ। बाबा जी, अगर हम कुछ बड़ा खो देते हैं और उसके ठीक होने की उम्मीद भी नहीं है, तो क्या हमें ठीक होने की कोशिश करनी चाहिए? बेटा इंसान तो सारी उम्र कोशिश में इसको लगना चाहिए बेटा। नतीजा तो वो मालिक के हाथ में है, हमारे हाथ में तो कोशिश है। तो हमें क्यों हिम्मत छोड़नी चाहिए बेटा? अगर हम हिम्मत रखेंगे, विश्वास रखेंगे, कौन सा कार्य है जो मालिक पूरा नहीं कर सकता? ਬਾਬਾ ਜੀ, ਜੇ ਕੋਈ ਸਾਡੇ ਬਾਰੇ ਮਾੜਾ ਬੋਲੇ ਤੇ ਸਾਡਾ ਉਸ ਲਈ ਕੀ ਬਿਹੇਵੀਅਰ ਹੋਣਾ ਚਾਹੀਦਾ ਹੈ? तो वो शुक्र करो ਉਹਦਾ ਕਿ ਜੀ ਮੇਰੀ ਜਿਹੜੀ ਕਮੀ ਹੈ ਤੁਸੀਂ ਮੈਨੂੰ ਦੱਸਿਆ, ਇਹ ਤਾਂ ਚੰਗੀ ਗੱਲ ਹੈ। ਆਪਾਂ ਨਹੀਂ ਰਿਐਕਟ ਕਰਨਾ ਕਦੇ ਵੀ ਬੇਟਾ। ਬਾਬਾ ਜੀ, ਜਦ ਅਸੀਂ ਇੱਥੇ ਸਤਸੰਗ ਸੁਣਨ ਆਉਂਦੇ ਆ, ਮਤਲਬ ਸਾਡਾ ਮਨ ਇੰਨਾ ਜ਼ਿਆਦਾ ਭਟਕਦਾ ਹੈ ਕਿ ਕਦੇ ਇੱਧਰ ਦੇਖਣਾ, ਕਦੇ ਉੱਧਰ ਦੇਖਣਾ, ਸਰੀਰ ਦਾ ਅੰਗ ਦੁਖਣ ਲੱਗ ਜਾਂਦਾ ਹੈ, ਨੀਂਦ ਵੀ ਆਉਣ ਲੱਗ ਜਾਂਦੀ ਹੈ। ਐਦਾਂ ਕਿਉਂ ਹੁੰਦਾ ਹੈ ਵੀ ਸਾਡਾ ਮਨ ਇੱਥੇ ਇੱਕ ਜਗ੍ਹਾ ਤੇ ਕਿਉਂ ਨਹੀਂ ਟਿਕ ਪਾਉਂਦਾ? ਨਹੀਂ ਬੇਟਾ, ਗੱਲ ਉਹੀ ਹੈ, ਜੇ ਆਪਾਂ ਕਿਸੇ ਚੀਜ਼ ਨੂੰ ਜ਼ਰੂਰੀ ਸਮਝਾਂਗੇ ਤਾਂ ਧਿਆਨ ਵੀ ਲੱਗੂਗਾ। ਜਿੱਥੇ ਆਪਾਂ ਨੂੰ ਜ਼ਰੂਰੀ ਨਹੀਂ ਸਮਝਦੇ ਉੱਥੇ ਫਿਰ ਬੱਚਿਆਂ ਵਰਗੋਂ ਆਪਾਂ ਵੀ ਹਿੱਲਣਾ ਸ਼ੁਰੂ ਕਰ ਦਿੰਦੇ ਹਾਂ। ਹੁਣ ਸਤਸੰਗ ਕਾਹਦੇ ਵਾਸਤੇ ਆਉਂਦੇ ਆ? ਕੀ ਲੋੜ ਹੈ ਤੁਹਾਨੂੰ ਐਵੇਂ ਠੰਡ ਦੇ ਮੌਸਮ ਵਿੱਚ ਐਵੇਂ ਸਵੇਰੇ ਉੱਠ ਕੇ ਆਉਂਦੇ ਹੋ ਤੁਸੀਂ? ਕੋਈ ਸੋਚ ਸਮਝ ਕੇ ਹੀ ਆਏ ਹੈ, ਕੋਈ ਸਾਨੂੰ ਜ਼ਰੂਰਤ ਮਹਿਸੂਸ ਹੋਈ ਤਾਂ ਹੀ ਆਪਾਂ ਆਏ ਹਾਂ, ਨਹੀਂ ਤਾਂ ਆਪਾਂ ਬੜੇ ਆਰਾਮ ਦੇ ਨਾਲ ਘਰਾਂ 'ਚ ਆਪਾਂ ਸੌਂ ਸਕਦੇ ਸੀ। ਸੋ ਜਿਹੜੇ ਮਕਸਦ ਨੂੰ ਲੈ ਕੇ ਆਏ ਆ ਉਹਨੂੰ ਪੂਰਾ ਵੀ ਤਾਂ ਆਪਾਂ ਨੂੰ ਫਿਰ ਕਰਨਾ ਚਾਹੀਦਾ ਨਾ। ਇੱਥੇ ਕਿਸੇ ਨੇ ਹਾਜ਼ਰੀ ਤਾਂ ਨਹੀਂ ਲਗਾਣੀ ਕਿ ਕਿੰਨੇ ਜਾਣੇ ਆਏ ਆ ਸਤਸੰਗ ਵਿੱਚ, ਕਿ ਤਾਂ ਆਪਾਂ ਆਪਣੀ ਲੋੜ ਵਾਸਤੇ ਆਏ ਆ। ਬਾਬਾ ਜੀ, ਮੇਰਾ ਦੂਸਰਾ ਸਵਾਲ ਇਹ ਹੈ ਕਿ ਅੱਜ ਕੱਲ੍ਹ ਦੇ ਬੱਚੇ ਸਟੱਡੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੇ ਨੇ। ਉਹ ਦਿਨ ਰਾਤ ਇੱਕ ਕਰਕੇ ਵੀ ਮਿਹਨਤ ਕਰਦੇ ਨੇ ਪਰ ਫਿਰ ਵੀ ਅਸਫਲ ਹੋ ਜਾਂਦੇ ਨੇ, ਤਾਂ ਉੱਥੇ ਬੱਚਿਆਂ ਨੂੰ ਕੀ ਕਰਨਾ ਚਾਹੀਦਾ ਹੈ? ਬੇਟਾ ਸਟੱਡੀਜ਼ ਤਾਂ ਹਰ ਵਕਤ ਹੀ ਔਖੀਆਂ ਲੱਗਦੀਆਂ, ਸਾਰਿਆਂ ਨੂੰ ਹੀ ਔਖੀਆਂ ਲੱਗਦੀਆਂ। ਸੋ ਅੱਜ ਕੱਲ੍ਹ ਦਾ ਕੀ ਮਤਲਬ ਹੈ ਬੇਟਾ? ਇਹ ਤਾਂ ਬੇਟਾ ਧਿਆਨ ਦੇਣ ਵਾਲੀ ਗੱਲ ਹੈਗੀ ਹੈ। ਜਿੰਨਾ ਜਿਵੇਂ ਜਿਵੇਂ ਦੁਨੀਆ ਅੱਗੇ ਵੱਧ ਰਹੀ ਹੈ ਉਸ ਹਿਸਾਬ ਦੇ ਨਾਲ ਆਪਾਂ ਨੂੰ ਪੜ੍ਹਾਈ ਕੀਤੀ ਜਾਂਦੀ ਹੈ। ਅੱਜ ਕੱਲ੍ਹ ਦੇ ਬੱਚੇ ਤਾਂ ਸਾਡੇ ਤੋਂ ਕਿਤੇ ਜ਼ਿਆਦਾ ਸਿਆਣੇ ਹੈ। ਸੋ ਜਿੰਨਾ ਚਿਰ ਆਪਾਂ ਧਿਆਨ ਲਗਾ ਕੇ ਔਰ ਵਕਤ ਕੱਢ ਕੇ ਆਪਾਂ ਪੜ੍ਹਾਈ ਨਹੀਂ ਕਰਾਂਗੇ, ਹੁਣ ਐਂ ਚੱਲਦੇ ਚੱਲਦੇ ਤਾਂ ਪੜ੍ਹਾਈ ਨਹੀਂ ਨਾ ਹੁੰਦੀ। जी मेरा प्रश्न बाबा जी ये है कि जो परमात्मा ने ये सारा संसार रचिया है जी, इस विच वार-वार कुदरती घटनावां हो रही ने जी, इस तो आपां की सिक्ख्या लै सकदे हां जां इन्हां दा इशारा किस तरफ है? ਨਹੀਂ ਬੇਟਾ, ਹੁਣ ਇਨਸਾਨ ਦੇ ਸਾਹਮਣੇ ਜੇ ਕੋਈ ਚੀਜ਼ ਗਲਤ ਹੁੰਦੀ ਹੈ ਉਹਨੂੰ ਸਿੱਖਣਾ ਚਾਹੀਦਾ, ਮਗਰ ਇਨਸਾਨ ਸਿੱਖਦਾ ਹੀ ਨਹੀਂ ਹੈ। ਬਰਬਾਦੀ ਤਾਂ ਇਨਸਾਨ ਖੁਦ ਆਪਣੇ ਉੱਤੇ ਲਿਆ ਰਿਹਾ ਹੈਗਾ। ਜੇ ਆਪਾਂ ਕੁਦਰਤ ਦੀ ਕਦਰ ਨਹੀਂ ਕਰਾਂਗੇ, ਆਪਾਂ ਪੇੜ ਪੌਦਿਆਂ ਦੀ ਕਦਰ ਨਹੀਂ ਕਰਾਂਗੇ, ਤਾਂ ਇਹ ਚੀਜ਼ਾਂ ਸਾਨੂੰ ਹੀ ਅੱਗੇ ਜਾ ਕੇ ਭੁਗਤਣੀਆਂ ਪੈਣਗੀਆਂ ਬੇਟਾ। ਸਾਨੂੰ ਸੋਚਣਾ ਚਾਹੀਦਾ ਕਿ ਆਪਾਂ ਆਪਣੇ ਬੱਚਿਆਂ ਵਾਸਤੇ ਕੀ ਛੱਡ ਕੇ ਜਾ ਰਹੇ ਹਾਂ। ਤਬਾਹੀ ਤਾਂ ਇਨਸਾਨ ਖੁਦ ਮਚਾਉਂਦਾ ਬੇਟਾ। ਤੁਸੀਂ ਦੇਖੋ ਜਾਨਵਰ ਵੀ ਓਨਾ ਹੀ, ਜਿੰਨਾ ਉਹਨਾਂ ਨੂੰ ਲੋੜ ਹੈ ਓਨਾ ਹੀ ਖਾ ਕੇ ਬਾਕੀ ਛੱਡ ਜਾਂਦੇ ਆ ਦੂਜਿਆਂ ਵਾਸਤੇ। ਇਹ ਇਨਸਾਨ ਹੀ ਹੈ ਜਿਹੜਾ ਸੋਚਦਾ ਹੈ ਕਿ ਮੈਂ ਆਪਣੇ ਅੱਗੇ ਪਤਾ ਨਹੀਂ ਕਿੰਨੀਆਂ ਨਸਲਾਂ ਵਾਸਤੇ ਇਕੱਠਾ ਕਰਕੇ ਛੱਡ ਕੇ ਜਾਵਾਂ। ਸੋ ਇਹ ਤਾਂ ਫਿਤਰਤ ਇਨਸਾਨ ਦੀ ਹੈ ਬੇਟਾ।
ਸਭ ਤੋਂ ਜ਼ਿਆਦਾ ਤਬਾਹੀ ਇਨਸਾਨ ਕਰਦਾ। ਬਾਬਾ ਜੀ ਇੱਕ ਮੇਰਾ ਹੋਰ ਛੋਟਾ ਜਿਹਾ ਪ੍ਰਸ਼ਨ ਹੈ ਕਿ ਜੀ ਅਸੀਂ ਬਿਆਸ ਵੀ ਆਉਂਦੇ ਹਾਂ ਅਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਵੀ ਜੁੜੇ ਹੋਏ ਹਾਂ, ਤਾਂ ਸੱਚੇ ਪਾਤਸ਼ਾਹ ਜੀ ਇਹ ਸਹੀ ਹੈ? ਇਹ ਤਾਂ ਤੁਹਾਡੀ ਮੌਜ ਹੈ ਬੇਟਾ। ਮਕਸਦ ਤਾਂ ਇਹ ਹੈ ਕਿ ਜੋ ਮਹਾਂਪੁਰਖਾਂ ਨੇ ਆਪਣੇ ਗ੍ਰੰਥਾਂ ਪੋਥੀਆਂ ਵਿੱਚ ਆਪਣੇ ਜ਼ਿੰਦਗੀ ਦਾ ਜੋ ਅਨੁਭਵ ਹੈ ਉਹ ਸਾਨੂੰ ਇਹ ਅਨਮੋਲ ਦੌਲਤ ਦਿੱਤੀ ਹੈ, ਤੇ ਸਾਨੂੰ ਉਸ ਰਸਤੇ ਦੇ ਉੱਤੇ ਵੀ ਨਾਲ ਚੱਲਣਾ ਚਾਹੀਦਾ ਹੈ ਨਾ। ਬਜਾਏ ਇਹਦੇ ਕਿ ਆਪਾਂ ਕਹੀਏ ਜੀ ਮੈਂ ਇਸ ਧਰਮ ਗ੍ਰੰਥ ਨੂੰ ਨਾਲ ਜੁੜਿਆ ਜਾਂ ਇਹਦੇ ਨਾਲ ਜੁੜਿਆ। ਜਿਹਦੇ ਨਾਲ ਮਰਜ਼ੀ ਜੁੜੋ, ਮਗਰ ਜੋ ਉਹਦੇ 'ਚ ਲਿਖਿਆ ਉਹਨੂੰ ਅਮਲ ਵਿੱਚ ਲਿਆਓ ਨਾ। ਹਾਂਜੀ ਬਾਬਾ ਜੀ, ਸਾਰੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣਾ, ਸਾਰੀ ਸ੍ਰਿਸ਼ਟੀ ਤੇ ਕਾਇਨਾਤ ਤੇ ਮਿਹਰ ਫਰਮਾਏ। बाबा जी मेरा सवाल ये है कि मैं और मेरी फैमिली बहुत ही इमोशनल हैगे ने ते हर छोटी जी गल ते ਅਸੀਂ बहुत जल्दी इमोशनल हो ਜਾਂਦੇ ਨੇ ਤੇ ਇਹ ਗੱਲ ਸਹੀ ਹੈ ਕਿ ਗਲਤ? ਬੇਟਾ ਇਮੋਸ਼ਨਲ ਹੋਣਾ ਕੋਈ ਮਾੜੀ ਗੱਲ ਨਹੀਂ ਕਿ, ਮਗਰ ਆਪਾਂ ਇਮੋਸ਼ਨ ਨੂੰ ਜੇ ਇਕਾਗਰ ਕਰਾਂਗੇ ਉਹ ਡਿਵੋਸ਼ਨ ਬਣ ਜਾਊਗੀ। ਜੇ ਆਪਾਂ ਇਕਾਗਰ ਨਹੀਂ ਕਰਾਂਗੇ ਉਹਦੇ ਨਾਲ ਹੀ ਖਿਆਲ ਆਪਣਾ ਫੈਲਣਾ ਸ਼ੁਰੂ ਹੋ ਜਾਊਗਾ। This is my first visit, and I've been walking around the sarais and sheds and meeting people. And then when I had those walks and I was trying to understand how people are doing that seva, what motivates them, and how can one person just on her own is just sweeping the road. It took me a while. I went for a couple of days on long walks, and then all I could come to was that it has to be their love for their master, because love is such an immense energy, I believe. Beta, all our life we have only received. I genuinely believe that everybody wants to give back to society what society has given them. They just don't get the right platform. All we are doing is giving them that platform where they have that confidence that their trust won't be misplaced. It will not be used in the wrong manner. That's all that we are doing. Everything else, I think everybody wants that in his own manner, they should be able to contribute whichever way they feel they have the capacity. But yeah, I agree, Babaji, but I have seen a lot of NGOs and I myself work in the government sector, but when we do the volunteer work, we are so down with shoulders. It's just a volunteer work, but the energy your sevadars have is like... This is love, beta. This is love. not just has to be love. a mundane work, this thing. Everybody does it out of love. And when you do out of love, there's a sense of belonging. And that is what makes this place work. My first question to you, Babaji, is around the words. Words have lost completely meaning in this day and age, like love, honesty, and few others. So my first question to you is, Babaji, what is the difference between reality and truth? That is what we have to experience. You see, you can be born with concepts. Experience of life should help you to see what is the reality and what is illusion. That's the purpose of this life, to help you to be able to face reality. I don't think so these things can be experienced. And beta, if we've had a bad experience, doesn't mean the world is bad. There are as many good people as there are bad people. So don't get into a fixed mindset, Keji, I've had a bad experience, so everybody is bad. There are plenty of good people also. So don't create any fixed mindset. You be positive. You are responsible for yourself, for your karma, not for the others. Whatever they do, they are responsible. We don't know their circumstances. We don't know why they acted in that manner. So never be judgmental on anybody. You be a good human being. You do the right thing. And Babaji, is truth, what could be the difference between truth, wisdom and intelligence? Are they one of the same thing, or they could be different? Truth doesn't change. Truth cannot change. It is timeless. It is beyond time and space. Beyond time and space. Everything else can change. I mean, I can give you one argument today through words. Tomorrow somebody else can give you another argument.
So that is the intellect, that is the so-called wisdom. But truth doesn't change, beta. Truth doesn't Truth is eternal. And reality changes because No, reality doesn't change. reality doesn't change either. Reality doesn't change, your perspective changes. Perspective changes. Yeah. Thank you. Radhaswami Babaji, I wanted to clarify with you about destiny versus free will. So, if somebody causes us pain, is that our destiny to endure it, or is it their free will that they can change? Beta, we can't get into the other person's reaction or his action. We can only control ourselves. What he does or she does is their karma, beta. How I react to that is my karma. So I can only see what my reaction should be. Now, it is the lower creatures who react, beta. As human beings, he's given us that sense of discrimination, which means that we need to be objective. That if somebody said something, maybe I've hurt him, maybe I've done something, and I think about that. You see, so rather than reacting and creating issues for ourselves, it's better to be objective. मैं अपने भजन सिमरन की बात कहना चाहता हूँ बाबा जी. मुझे डाउट नहीं है, बट एक क्लैरिटी चाहिए. जैसे मैं सिमरन करता हूँ बाबा जी, लाइट के साथ आपका फॉर्म और महाराज जी का भी फॉर्म चेंज होता हुआ आता है. एंड उसके बाद जब साउंड जो लाउड होता है वो एक बड़ा सॉफ्ट हो जाता है. अंदर से कई बार मुझे ओम की आवाज़ आती है, और जो मैं अंदर देखता हूँ वो मुझे फिजिकल में भी नज़र आता है. तो विद योर ग्रेस बाबा जी, मैं वहाँ जितनी अप एंड डाउन्स थी वो आपके कारण, सिर्फ आपके भरोसे से मैं काट पाया हूँ. ऐसे है कि जो अंदर धुन है ना, हाँ जी, हम अपनी तरफ से जो हमारे मन के ऊपर जो प्रभाव पड़े हुए हैं उनको लेकर हम समझने की कोशिश करते हैं कि ये धुन कैसी है. अब वो धुन सभी के लिए एक जैसी है, ठीक है ना. अब जो इम्प्रेशंस हमारे मन के ऊपर पड़े हुए हैं, हमने उसी हिसाब से, अंग्रेज़ को पूछोगे वो कहेगा जी ये तो गिटार का साउंड है, हमें पूछेंगे हम कहें सितार का साउंड है, क्योंकि जो इंस्ट्रूमेंट हमें वी आर यूज टू, हमने तो उसी हिसाब से चलना है ना. सो चाहे हम उसको ओम का नाम दें या जो मर्जी दें, इट इज़ आवर पर्सपेक्टिव दैट वी थिंक वी आर हियरिंग दैट. ओके Okay, so that is to give you a sense of direction. बाबा जी, जैसे वो एक्सपीरियंस मुझे इंटरनली होता है, वो आउटर भी मुझे एक्सपीरियंस होते हैं. मतलब आउटर भी आई हैव सीन, समटाइम्स आई हैव सीन द लाइट, आई हैव सीन योर फेस विल बी चेंज्ड एज अ फिजिकल बॉडी व्हेन यू आर इन द सत्संग. तो You are told not to pay attention to all this. ओके Just pay attention, enjoy the light. Light is basically अंधेरा है. इट इज सिंबॉलिक ऑफ अज्ञानता, क्योंकि अंधेरे में दिखाई नहीं देता. लाइट इज सिंबॉलिक ऑफ सीइंग, ऑफ नोइंग. ठीक है. साउंड इज टू गिव अस अ सेंस ऑफ डायरेक्शन. नाउ विद आवर इंटरप्रिटेशन वी कंफ्यूज आवरसेल्व्स. सो just enjoy that. The more you enjoy it, the more your consciousness will rise. If you start analyzing, analysis comes from the mind. आप मन को बीच में ले आए, ध्यान नीचे की तरफ आना शुरू हो गया. Okay. Someone very close to me told me that you shine very brightly, especially at the time of giving drishti. My question is, why can't I see that? I have absolutely no idea, sister. You see, I mean, everybody sees what they want to see. It doesn't change me. Somebody sees darkness and somebody sees light. So that's what they are seeing, na? The reality is very different. So until the reality is what you will face within. On the outside, we have different experiences. Somebody sees you as a terror, and somebody sees you as kind, and somebody sees you as anything. So don't go by other people's experience. You have to go on your experience, what you see, what you feel. ਬਾਬਾ ਜੀ, ਭਜਨ ਸਿਮਰਨ ਕਰਦੇ ਹੋਏ ਮਨ ਸਾਡੇ ਉੱਤੇ ਇੰਨਾ ਹਾਵੀ ਹੋ ਜਾਂਦਾ ਹੈ. ਪਹਿਲਾਂ ਤਾਂ ਉਹ ਸਾਡੇ ਸਰੀਰ ਨੂੰ ਹਿਲਾਉਂਦਾ ਰਹਿੰਦਾ ਹੈ. ਜਦੋਂ ਬਹੁਤ ਜ਼ਿਆਦਾ ਸਾਡੇ ਉੱਪਰ ਅਸਰ ਕਰਨ ਦੀ ਕੋਸ਼ਿਸ਼ ਕਰਦਾ ਹੈ
ਉਹ ਸਾਡੇ ਆਸਣ ਨੂੰ ਡੱਗ ਡਮਾ ਕੇ ਉਹਨੂੰ ਤਾ ਦਿੰਦਾ ਹੈ। ਬੇਟਾ ਮਨ ਵਿੱਚ ਕੋਈ ਤਾਕਤ ਨਹੀਂ ਗੀ, ਮਨ ਨੂੰ ਤਾਕਤ ਆਪਾਂ ਦਿੰਨੇ ਆ। ਮਨ ਤਾਂ ਆਪਣੀ ਚਾਲ ਚੱਲੂਗਾ। ਹੁਣ ਮਾਲਿਕ ਨੇ ਵੀ ਇਨਸਾਨ ਨੂੰ ਵਿਵੇਕ ਦੀ ਤਾਕਤ ਦਿੱਤੀ ਹੈ, ਆਪਣੇ ਅੱਛੇ ਔਰ ਬੁਰੇ ਦੀ ਪਹਿਚਾਣ ਦੀ ਤਾਕਤ ਦਿੱਤੀ ਹੈ। ਸੋ ਇਸ ਕਰਕੇ ਆਪਾਂ ਤਾਂ ਇਹ ਦੇਖਣਾ ਹੈ ਕਿ ਸਾਡੇ ਵਾਸਤੇ ਕੀ ਸਹੀ ਹੈ, ਔਰ ਜੇ ਆਪਾਂ ਆਪਣੇ ਵੱਲੋਂ ਰੋਜ਼ ਮਿਹਨਤ ਕਰਾਂਗੇ, ਮਨ ਦੀ ਕੋਈ ਇਹੋ ਜਿਹੀ ਚਾਲ ਨਹੀਂ ਚੱਲ ਸਕਦੀ। बाबा जी, मालिक की मर्जी के बिना पत्ता भी नहीं हिलता और हम मालिक को हर वक्त हाजिर नाजिर मानते भी हैं, फिर भी हमसे गलतियां क्यों हो जाती हैं? बेटा ये ठीक है, मालिक की रजा के बगैर पत्ता भी नहीं हिलता, मगर इंसान हिलता है, क्योंकि मालिक ने इसको विवेक की ताकत दी है। तो ये अपना दिमाग इस्तेमाल करके यही सभी चीजों को सही और गलत में लेके आ जाता है। बेटा बाबा जी, जब भी मैं कोई काम करता हूँ तो मेरे को उसमें सफलता नहीं मिलती, हमेशा फेलियर ही मिलती है। नहीं, ऐसी बात नहीं है बेटा। हम जल्दबाजी करते हैं, हम मेहनत कम करते हैं और नतीजा ज़्यादा देखते हैं। सो अपनी तरफ से अगर आप पूरी मेहनत करोगे, अपने आप मालिक आज नहीं तो कल बख्शिश करेगा। जल्दबाजी मत करें। हाँ जी। बाबा जी, मेरा सवाल ये है आपसे कि कभी कभी मेरा दिल बहुत उदास हो जाता है और मैं तो कभी कभी रो देती हूँ क्योंकि मुझे अकेलापन महसूस होता है। मुझे ऐसा लगता है कि क्या मेरे में कोई कमी है जिस कारण मेरे दोस्त नहीं बनते। मैं खुद इसलिए नहीं बनाती क्योंकि आजकल बच्चे बहुत बुरी बातें करते हैं, बुरे बुरे काम करते हैं और मैं उनका साथ ना दूं तो वो मुझे क्रिटिसाइज करते हैं, मेरी बैकबाइटिंग करते हैं और मेरे सक्सेस से जेलस होते हैं। तो इस समय में मैं स्ट्रॉन्ग कैसे रहूं, क्योंकि ये मेरी स्टडीज को भी अफेक्ट करता है। बेटा सबसे पहले बात तो ये है कि इंसान अकेला आया है और इसने अकेले ही जाना है। ये हमने एक भ्रम बनाया हुआ है कि मेरे इतने रिश्तेदार हैं, इतने यार दोस्त हैं। इंसान मालिक उनकी परख ना करे। सो बेटा हम ही ये उम्मीदें जोड़ के बैठ जाते हैं। अब ठीक है आपकी बात कि अगर उनकी कंपनी में जाके हम अपने असूलों से दूर हो जाएंगे तो फिर बेहतर यही है कि हम थोड़े से अपने आप को बचा के रखें। सो इसलिए आप अपने आप को इतना ताकतवर बनाएं कि चाहे वो जो मर्जी कहें, आप अपने असूलों से मत हटें बेटा।